ਕਿਹਦੀ ਮੱਤ ਵੱਧ ਹੈ। ਇਹਦੇ ਤੋਂ ਸੁਣ ਕਰਕੇ ਸੱਚੇ ਪਾਤਸ਼ਾਹ ਦੀਆਂ ਹੰਕਾਰਤ ਕੋ ਉੱਤਰ ਦੀਨ। ਮਹਾਰਾਜ ਜਾਣਗੇ ਵੀ ਬੜਾ ਹੰਕਾਰੀ ਹੈ। ਹੰਕਾਰੀ ਬੇਣੀ ਨੂੰ ਸੱਚੇ ਪਾਤਸ਼ਾਹ ਜੀ ਹੁਣ ਉੱਤਰ ਦਿੱਤਾ ਹੈ, ਜਵਾਬ ਦਿੰਦੇ ਆ। ਤਪ ਆਦਿਕ ਮਖ ਕਰਬੇ ਕਾ ਕਰਮ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ, ਬ੍ਰਾਹਮਣ ਬੇਣੀ ਜੀ, ਤਪ ਤੋਂ ਆਦਿਕ ਜਿੰਨੇ ਵੀ ਤੁਸੀਂ ਦੱਸ ਰਹੇ ਹੋ ਨਾ, ਤਪ ਕਰਨੇ ਸਾਰੇ, ਮਖ ਕਈ ਜਗ ਕਰਨੇ, ਜਿੰਨੇ ਕਰਨ ਵਾਲੇ ਕੰਮ ਹਨ। ਇਹੋ ਤੋ ਤੀਨ ਜੁਗਨ ਕੋ ਧਰਮ। ਇਹ ਪਹਿਲੇ 3 ਯੁੱਗ ਜਿਹੜੇ ਆ, ਸਤਯੁਗ, ਤ੍ਰੇਤਾ, ਦੁਆਪੁਰ, ਇਹਨਾਂ ਵਿੱਚ ਕਰਨ ਯੋਗ ਕੰਮ ਸੀਗੇ। ਠੀਕ ਹੈ, ਸਤਿਕਾਰਯੋਗ ਹੈ। ਮਹਾਰਾਜ ਕਹਿੰਦੇ ਜਪ ਤਪ ਜਿਹੜੇ ਤਾਪ ਹੈ, ਵਰਤ ਰੱਖਣੇ, ਇਹ ਯੱਗ ਕਰਨੇ ਮਾੜੇ ਨਹੀਂ। ਪਰ ਮਹਾਰਾਜ ਕਹਿੰਦੇ ਵੀ ਇਹ ਹੁਣ ਉਹ ਸਮੇਂ ਦੇ ਹੈ ਜਦੋਂ ਸਤਯੁਗ ਸੀਗਾ, ਤ੍ਰੇਤਾ ਹੈ, ਦੁਆਪੁਰ, ਇਹਨਾਂ ਦੇ ਵਿੱਚ ਠੀਕ ਹੈ ਚੰਗੇ ਸਨ, ਬੜੇ ਕਰਨਯੋਗ ਕਰਮ ਸਨ, ਮੁਕਤੀ ਮਿਲਦੀ ਸੀ। ਅਬ ਜੇ ਨਰ ਹੋਏ ਕਲ ਮਾਹੀ। ਤੇ ਹੁਣ ਕਲਯੁਗ ਹੈ, ਤੇ ਕਲਯੁਗ ਦੇ ਵਿੱਚ ਜਿਹੜੇ ਮਨੁੱਖ ਹਨ, ਜੀਵ ਰਹਿੰਦੇ ਆ, ਕਿਸੂ ਕਰਨ ਕੀ ਸਮਰੱਥ ਨਾਹੀ। ਇਹਨਾਂ ਦੇ ਵਿੱਚ ਸਮਰੱਥਾ ਹੀ ਨਹੀਂ ਤਪ ਕਰ ਲੈਣ, ਨਾ ਇਹ ਕੋਈ ਜਗ ਕਰਨ ਦੀ ਸਮਰੱਥਾ। ਤੋ ਇਹ ਤਾਂ ਹੁਣ ਵੇਖੀਏ ਤੇ ਉਹ ਘੰਟਾ ਸੰਗਤ ਨਹੀਂ ਹੁੰਦੀ, ਤੇ ਇਹਨਾਂ ਤਪ ਕੀ ਕਰਨਾ। ਮਹਾਰਾਜ ਕਹਿੰਦੇ ਇਹ ਨਹੀਂ ਤਪ ਕਰ ਸਕਦੇ, ਤਪ ਕਰਨ ਦੀ ਸ਼ਕਤੀ ਹੁਣ ਕਲਯੁਗ ਦੇ ਜੀਵਾਂ ਵਿੱਚ ਨਹੀਂ ਰਹੀ ਹੈ। ਬਿਨਾ ਅੰਨ ਤੇ ਪ੍ਰਾਣ ਬਿਨਾਸੈ। ਕਿਉਂਕਿ ਤਾਂ ਬਿਨਾਂ ਅੰਨ ਤੋਂ ਪ੍ਰਾਣ ਇਹਨਾਂ ਦੇ ਨਾਸ਼ ਹੋ ਜਾਂਦੇ ਸੀ। ਕਿਉਂਕਿ ਸਤਯੁਗ ਦੇ ਵਿੱਚ ਖਾਲਸਾ ਜੀ ਹੱਡੀਆਂ ਵਿੱਚ ਪ੍ਰਾਣ ਮੰਨੇ ਜਾਂਦੇ ਸੀ। ਤਪ ਕਰਦਿਆਂ ਕਰਦਿਆਂ ਇਕੱਲੇ ਹੱਡ ਵੀ ਰਹਿ ਜਾਂਦੇ ਸੀ, ਤਾਂ ਵੀ ਪ੍ਰਾਣੀ ਜਿਉਂਦਾ ਰਹਿੰਦਾ। ਫਿਰ ਤ੍ਰੇਤਾ ਆਇਆ। ਤ੍ਰੇਤੇ ਯੁੱਗ ਦੇ ਅੰਦਰ ਸਾਧ ਸੰਗਤ ਜੀ ਇਸੇ ਤਰ੍ਹਾਂ ਖੂਨ ਵਿੱਚ ਮੰਨੇ ਜਾਂਦੇ ਰਹੇ, ਤੇ ਖੂਨ ਹੋਵੇ ਚਾਹੇ ਤੁਪਕਾ ਹੀ ਹੋਵੇ, ਪ੍ਰਾਣੀ ਜਿਉਂਦਾ ਰਹਿੰਦਾ ਸੀ। ਫਿਰ ਆਇਆ ਦੁਆਪੁਰ। ਦੁਆਪੁਰ ਦੇ ਵਿੱਚ ਸਾਧ ਸੰਗਤ ਜੀਓ ਪ੍ਰਾਣ ਮੰਨੇ ਜਾਂਦੇ ਰਹੇ, ਜਿਹੜੇ ਆ ਨਾ ਉਹ ਪ੍ਰਾਣ ਚਮੜੀ ਵਿੱਚ ਮੰਨੇ ਜਾਂਦੇ ਸੀ। ਚੰਮ ਦਾ ਥੋੜ੍ਹਾ ਵੀ ਬਚ ਗਿਆ ਸਰੀਰ ਤੇ ਪ੍ਰਾਣੀ ਚੜਾਈ ਨਹੀਂ ਸੀ ਕਰਦਾ। ਹੁਣ ਕਲਯੁਗ ਹੈ, ਕਲਯੁਗ ਦੇ ਅੰਦਰ ਜਿਹੜੇ ਪ੍ਰਾਣ ਹਨ ਉਹ ਕਾਹਦੇ 'ਚ ਮੰਨੇ ਜਾਂਦੇ ਆ, ਅੰਨ 'ਚ ਮੰਨੇ ਜਾਂਦੇ ਆ। ਤਾਂ ਮਹਾਰਾਜ ਕਹਿੰਦੇ ਬੇਣੀ ਬ੍ਰਾਹਮਣ ਜੀ, ਹੁਣ ਕਲਯੁਗ ਹੈ, ਕਲਯੁਗ ਦੇ ਜੀਵਾਂ ਦੇ ਪ੍ਰਾਣ ਜਿਹੜੇ ਉਹ ਅੰਨ ਵਿੱਚ ਵਸਦੇ ਆ, ਮਰ ਜਾਣਗੇ ਜੇ ਤਪ ਕਰਨਗੇ ਭੁੱਖੇ ਰਹਿ ਕੇ। ਕਿਮ ਤਪ ਕਰਹਿ ਜਾਏ ਬਨਵਾਸੈ। ਤੇ ਕਿਵੇਂ ਬਨਵਾਸੀ ਹੋ ਜਾਣਗੇ, ਜੰਗਲ ਵਿੱਚ ਜਾ ਕੇ ਭੁੱਖੇ ਰਹਿ ਕੇ। ਇਹ ਕਿਵੇਂ ਤਪ ਕਰ ਸਕਦੇ, ਨਹੀਂ ਕਰ ਸਕਦੇ ਆ। ਦਰਬ ਨਹੀਂ ਅਰ ਬਲ ਕਛ ਨਾਹੀ। ਤੇ ਨਾ ਫਿਰ ਦਰਬ ਨਹੀਂ, ਔਰ ਨਾ ਤੇ ਇਹਨਾਂ 'ਚ ਬਲ ਹੈ ਹੁਣ ਸਰੀਰ ਕਰਕੇ, ਤੇ ਨਾ ਇਹਨਾਂ ਧਨ ਹੈ ਜਿਹੜੇ ਜੱਗ ਕਰ ਲੈਣਗੇ। ਤੋ ਧਨ ਵੀ ਨਹੀਂ ਹੈ ਇਤਨਾ ਬਹੁਤ ਸੋਨਾ ਚਾਂਦੀ, ਤੇ ਨਾ ਹੀ ਕੋਈ ਬਹੁਤੀ ਤਾਕਤ ਹੈ। ਕਹਾਂ ਸ਼ਕਤ ਮਖ ਕਰਬੇ ਮਾਹੀ। ਦੱਸੋ ਬੇਣੀ ਜੀ ਵੀ ਕਿੱਥੇ ਸ਼ਕਤੀ ਇਹਨਾਂ 'ਚ ਵੀ। ਜੱਗ ਦੇ ਉੱਪਰ ਹਜ਼ਾਰਾਂ ਮਣਾ ਮੂੰਹੀ ਸਾਧ ਸੰਗ ਜੀ ਉਹ ਲੱਗ ਜਾਂਦਾ ਘਿਓ ਆਦਿਕ, ਤੇ ਇਹ ਵਿਚਾਰੇ ਮਾਰੇ ਕਹਿੰਦੇ ਕਿੱਥੋਂ ਯੱਗ ਕਰ ਲੈਣਗੇ। ਇੰਨੀ ਮਾਇਆ, ਦਾਨ ਜਿਹੜੇ ਵਾ ਢਾਲਾਂ ਭਰ ਭਰ ਕੇ ਦਾਨ ਦਿੱਤਾ ਜਾਂਦਾ ਸੀ, ਇੰਨਾ ਦਾਨ ਕਿੱਥੋਂ ਦੇਣਗੇ। ਜੱਗ ਕਰਨ ਦੀ ਸਮਰੱਥਾ ਸ਼ਕਤੀ ਹੁਣ ਕਲਯੁਗ ਦੇ ਜੀਵਾਂ ਵਿੱਚ ਨਹੀਂ ਹੈ। ਕਰਮ ਕਾਂਡ ਮਹਿ ਜੇ ਅਬ ਲਾਗੈ। ਤੇ ਜੇ ਹੁਣ ਕਲਯੁਗ ਦੇ ਜੀਵ ਇਹਨਾਂ ਕਰਮਾਂ ਕਾਂਡਾਂ ਵਿੱਚ ਲੱਗ ਜਾਣ, ਕਿਮ ਹੋਏ ਆਵੈ ਸਭ ਦਿਨ ਭਾਗੈ। ਤੇ ਦੱਸੋ ਵੀ ਜੇ ਇਹੋ ਜਿਹੇ ਲੱਗ ਗਏ ਤੇ ਕਿਮ ਹੋਏ ਆਵੈ ਸਭ ਦਿਨ ਭਾਗੈ। ਉਮਰ ਇਹਨਾਂ ਦੀ ਬੀਤ ਜਾਣੀ ਹੈ। ਸਾਰਾ ਦਿਨ ਤਾਂ ਇਹ ਵਿਚਾਰੇ ਰੋਟੀ ਮਗਰ ਦੌੜਦੇ ਰਹਿੰਦੇ ਆ, ਤੇ ਇਹਨਾਂ ਨੇ ਜੱਗ ਕਦੋਂ ਕਰਨੇ। ਕਲਯੁਗ ਵਿੱਚ ਮਹਾਰਾਜ ਕਹਿੰਦੇ ਘਰ ਦੇ ਗੁਜ਼ਾਰੇ ਇਹਨਾਂ ਦੇ ਪੂਰੇ ਨਹੀਂ ਹੁੰਦੇ, ਤੇ ਇਹਨਾਂ ਜੱਗ ਵਿਚਾਰਿਆਂ ਨੇ ਕੀ ਕਰਨੇ। ਸਾਰਾ ਦਿਨ ਤਾਂ ਵਿਚਾਰੇ ਮਿਹਨਤ ਮਜ਼ਦੂਰੀ ਕਰਦਿਆਂ ਬਤੀਤ ਕਰਦੇ ਆ। ਦੁਸ ਕਰ ਸਾਚ ਆਦ ਕੋ ਕਰਨੋ। ਤੇ ਕਿੱਥੋਂ ਆਪਦੇ ਘਰ ਨੂੰ ਸੌਚ, ਜਿਵੇਂ ਉਹ ਪਵਿੱਤਰਤਾ ਕਰਦੇ ਸਾਰੇ ਪੋਚਾ ਫੇਰ ਕੇ ਜਾਂ ਹੇਠਾਂ ਵੇਖਦੇ ਕਿਤੇ ਹੱਡ ਨਹੀਂ, ਇਤਿਹਾਦਕ ਬੜੇ ਤਰ੍ਹਾਂ ਦੇ ਪ੍ਰਾਪੇ ਗੰਢੇ ਆ। ਮਹਾਰਾਜ ਕਹਿੰਦੇ ਕਿਵੇਂ ਕਰਨਗੇ, ਨਹੀਂ ਹੋਣੇ ਇਹਨਾਂ ਪਾਸੋਂ। ਖਾਨ ਪਾਨ ਬਿਧ ਤੈਸੀ ਬਰਨੋ। ਕਿਉਂਕਿ ਜਿਹੜੀ ਉਹ ਸੁਚਮਤਾਈ ਬੇਹੱਦ, ਜਿਵੇਂ ਬ੍ਰਾਹਮਣ ਨਹੀਂ ਨਾ ਕਿਸੇ ਦੇ ਹੱਥ ਦਾ ਛਕਦੇ ਨਹੀਂ, ਆਪ ਤਿਆਰ ਕਰਕੇ ਉਹ ਜਾਂ ਹੇਠਾਂ ਮਿੱਠੀ ਪੁੱਟ ਕੇ ਵੇਖਦੇ ਆ ਕਿਹੜੀ ਲੱਕੜ ਕਿਹੜੇ ਅੰਨ ਥੱਲੇ ਬਾਲਣੀ ਆ। ਇਸ ਤਰ੍ਹਾਂ ਦੇ ਸੰਜਮ ਹੈ ਇਹਨਾਂ ਦੇ ਨੇਮ।
ਇਸ ਇਹੋ ਜੀ ਸੋਚ ਨਹੀਂ ਕਰ ਸਕਦੇ। ਚੌਂਕੇ ਕੱਢਣੇ, ਉਹ ਪੋਚਾ ਫੇਰ ਕੇ ਕਾਰਾਂ ਕੱਢਣੀਆਂ, ਖਾਣ ਪਾਣ ਬਿਧ ਤੈਸੀ ਬਰਨੋ। ਮਹਾਰਾਜ ਕਹਿੰਦੇ ਭਾਈ ਇਹੋ ਜੀ ਇਹਨਾਂ ਦੀ ਹਾਲਤ ਹੈ ਪਵਿੱਤਰ, ਤਾਂ ਇਹਨਾਂ ਵਾਸਤੇ ਬੜੀ ਕਠਿਨ ਹੈ ਤੇ ਇਹ ਕਠਿਨ ਕਰਨ ਵਿੱਚ ਅਸਮਰੱਥ ਹੈ। ਇਹਨਾਂ ਤੋਂ ਇੰਨਾ ਔਖੇ ਕਾਰਜ ਨਹੀਂ ਹੋ ਪਾਉਂਦੇ ਹੈ। ਇਮ ਅਸ਼ਕਤ ਨਰ ਜਨ ਨਹੁ ਸਬੈ। ਇਸ ਕਰਕੇ ਬੇਣੀ ਜੀ ਜਾਣੋ ਵੀ ਕਲਯੁਗ ਦੇ ਜਿੰਨੇ ਜੀਵ ਮਨੁੱਖ ਹੈ ਇਹ ਸਾਰੇ ਸ਼ਕਤੀ ਤੋਂ ਹੀਣੇ ਹੈ, ਸਭ ਕਮਜ਼ੋਰੇ ਹਨ। ਪ੍ਰਥਮ ਧਰਮ ਕਿਮ ਹੋਵਹਿ ਅਬੈ। ਤੇ ਪਹਿਲਾ ਵਰਗਾ ਧਰਮ ਜਿਹੜਾ ਸਤਯੁਗ ਤ੍ਰੇਤੇ ਵਿੱਚ ਰਹਿਆ ਹੈ, ਦੁਆਪਰ ਵਿੱਚ ਰਹਿਆ ਹੈ, ਉਹ ਯੱਗ ਕਰਨੇ 12 20 25 ਸਾਲ ਤਪ ਕਰਨੇ, ਕਈ ਵਰੇ ਤਪ ਕਰਨੇ। ਉਹ ਹੁਣ ਦੱਸੋ ਕਿਵੇਂ ਬਣ ਆਉਂਦਾ ਹੈ? ਉਹ ਧਰਮ ਹੁਣ ਨਹੀਂ ਨਿਭ ਸਕਦੇ। ਲੱਖ ਵਰਿਆਂ ਦੀ ਆਰਜਾ ਮੰਨੀ ਜਾਂਦੀ ਸਤਯੁਗ ਵਿੱਚ। ਫਿਰ ਇਸੇ ਤਰ੍ਹਾਂ ਤ੍ਰੇਤੇ ਦੇ ਵਿੱਚ 10,000 ਵਰਾ ਮੰਨੀ ਗਈ, ਦੁਆਪਰ ਵਿੱਚ 1,000 ਵਰਾ ਮੰਨੀ ਜਾਂਦੀ ਹੈ। ਹੁਣ ਕਲਯੁਗ ਵਿੱਚ 100, ਪਰ 100 ਵੀ ਨਹੀਂ ਕੱਢਦਾ ਕੋਈ। ਮਹਾਰਾਜ ਕਹਿੰਦੇ ਦੱਸੋ ਵੀ ਹੁਣ ਕਈ ਵਰਿਆਂ 100 ਸਾਲ ਦਾ ਤਪ ਕਲਯੁਗ ਦੇ ਵਿੱਚ ਜੀਵ ਕਿਵੇਂ ਕਰ ਸਕਦੇ? ਉਹ ਧਰਮ ਜਿਹੜਾ ਨਾ ਸਤਯੁਗ ਤ੍ਰੇਤੇ ਦੁਆਪਰ ਦਾ ਹੁਣ ਨਹੀਂ ਨਿਭ ਸਕਦਾ। ਇਹ ਕਮਜ਼ੋਰੇ ਹੈ, ਮਾੜੇ ਹੈ ਵਿਚਾਰੇ ਕਲਯੁਗੀ। ਤਿਨ ਕੋ ਕਰਤਿਓ ਸੁਖ ਦੁਖ ਪਾਵੈ। ਤੇ ਇਸੇ ਤਰ੍ਹਾਂ ਜੇ ਉਹਨਾਂ ਨੂੰ ਕਰਨਗੇ ਤੇ ਬੜਾ ਸੁਖ ਦੁਖ ਪ੍ਰਾਪਤ ਹੋਣਗੇ। ਸੁਰਗ ਬਿਖੈ ਕਬ ਨਰਕ ਸਿਧਾਵੈ। ਕਿਉਂਕਿ ਜੇ ਕਰਮ ਕਾਂਡ ਕਰਨਗੇ ਕਦੀ ਸੁਖੀ ਹੋਣਗੇ ਕਦੀ ਦੁਖੀ ਹੋਣਗੇ। ਭਾਵ ਜਦੋਂ ਇਹ ਜਪ ਤਪ ਕਰਨਗੇ ਸੱਚਖੰਡ ਸਵਰਗ ਵਿੱਚ ਚਲੇ ਜਾਣਗੇ, ਤੇ ਜਦੋਂ ਕੀਤੇ ਸ਼ੁਭ ਕਰਮਾਂ ਦਾ ਫਲ ਮੁੱਕ ਗਿਆ ਉਦੋਂ ਫਿਰ ਧਰਤੀ ਤੇ ਜੰਮਣਾ ਪਊਗਾ। ਫਿਰ ਆ ਕੇ ਕਰਨਗੇ ਜਪ, ਵਰਤ ਰੱਖਣਗੇ, ਨੇਮ ਸੰਜਮ ਰੱਖਣਗੇ, ਤੇ ਕੁਝ ਸਮੇਂ ਵਾਸਤੇ ਉਹਨਾਂ ਨੂੰ ਸਵਰਗ ਦੇ ਸੁੱਖ ਮਿਲਣਗੇ। ਜਦੋਂ ਪੁੰਨਾਂ ਦਾ ਫਲ ਮੁੱਕ ਗਿਆ ਉਦੋਂ ਫਿਰ ਆਉਣਗੇ ਧਰਤੀ ਤੇ। ਜੰਮਣ ਮਰਨ ਨਹੀਂ ਮਿਟੇਗਾ। ਜਿਹੜੇ ਆ ਕਰਮ ਕਾਂਡ ਕਰਦੇ ਵੀ ਹੈ ਉਹਦਾ ਫਲ ਇੰਨਾ ਕੁ ਜ਼ਰੂਰ ਹੈ ਖਾਲਸਾ ਜੀ, ਕੁਝ ਸਮੇਂ ਵਾਸਤੇ ਸੁੱਖ ਮਿਲ ਜਾਂਦਾ ਹੈ ਪਰ ਸਦੀਵ ਸੁੱਖ ਨਹੀਂ ਮਿਲਦਾ। ਜਦੋਂ ਉਹ ਪੁੰਨ ਦਾ ਫਲ ਮੁੱਕ ਜਾਂਦਾ, ਨਾਮ ਤੋਂ ਬਿਨਾਂ ਦਾਨ ਦਾ ਫਲ ਮਿਲਦਾ ਹੈ ਪਰ ਮਿਲੇਗਾ ਉਹਨਾਂ ਕੁ ਜਿੰਨਾ ਦਾਨ ਕੀਤਾ। ਜਦੋਂ ਮੁੱਕ ਜਾਂਦਾ ਫਿਰ ਪ੍ਰਾਣੀ ਦੁਖੀ ਹੋ ਜਾਂਦਾ। ਤੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਆ ਕਿ ਭਾਈ ਇਹ ਤਾਂ ਫਿਰ ਜੰਮਣ ਮਰਨ ਬੇਣੀ ਜੀ ਇਹਨਾਂ ਦਾ ਮਿਟਣਾ ਨਹੀਂ। ਜਿੰਨੀ ਕੋ ਕਰਮ ਕਾਂਡ ਕਰਨਗੇ, ਪੂਜਾ ਪ੍ਰਤਿਸ਼ਠਾ ਕਰਨਗੇ, ਉਹਨਾਂ ਕੁ ਫਲ ਮਿਲੂ, ਸਵਰਗ ਵਿੱਚ ਹੋ ਜਾਣਗੇ ਵੱਧ ਤੋਂ ਵੱਧ। ਤੇ ਬਾਅਦ ਵਿੱਚ ਜਦੋਂ ਪੁੰਨਾਂ ਦਾ ਫਲ ਪ੍ਰਤਾਪ ਮੁੱਕ ਜਾਂਦਾ, ਨਾਸ਼ ਹੋਵੇਗਾ, ਉਦੋਂ ਫਿਰ ਇਹਨਾਂ ਨੂੰ ਜੰਮਣਾ ਪਵੇਗਾ। ਅਬ ਚਲ ਪਦਵੀ ਪਾਏ ਨ ਕੋ। ਇਹਨਾਂ 'ਚੋਂ ਕੋਈ ਵੀ ਅਚਲ ਪਦਵੀ, ਭਾਵ ਜਿਹੜੀ ਨਾਨਕ ਲੀਨ ਭਇਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ, ਬਹੁਰ ਨਾ ਭਵਜਲ ਫੇਰਾ। ਸੰਸਾਰ ਤੇ ਆਉਣਾ ਹੀ ਨਾ ਪਵੇ, ਭਾਵੇਂ ਪਰਮੇਸ਼ਰ ਦੇ ਵਿੱਚ ਹੀ ਅਭੇਦ ਹੋ ਜਾਈਏ। ਇਹੋ ਜਿਹੀ ਪਦਵੀ ਇਹਨਾਂ ਤਪਾਂ ਤੋਂ ਪ੍ਰਾਪਤ, ਜੱਗਾਂ ਤੋਂ ਨਹੀਂ ਪ੍ਰਾਪਤ ਹੋਵੇਗੀ ਇਹਨਾਂ ਨੂੰ। ਹੰਤਾ ਸਹਿਤ ਕਰਮ ਸ਼ੁਭ ਜੋ। ਕਿਉਂਕਿ ਜਿਹੜੇ ਸ਼ੁਭ ਕਰਮ ਹੈ ਹੰਗਤਾ ਸਹਿਤ ਜਿਹੜੇ ਕਰੀਦੇ ਆ, ਮੈਂ ਕੀਤਾ। ਇਹ ਜਿਹੜੇ ਸ਼ੁਭ ਚੰਗਾ ਕਰਮ ਵੀ ਕਰੀਏ ਜਿਹਦੇ ਵਿੱਚ ਹੰਗਤਾ ਮੈਂ ਆ ਜਾਂਦੀ ਹੈ। ਖੇਦ ਬਹੁਤ ਫਲ ਥੋੜੋ ਪਾਏ। ਉਹਦੇ 'ਚ ਦੁੱਖ ਬਹੁਤ ਹੈ ਤੇ ਫਲ ਥੋੜ੍ਹਾ। ਤਪ ਕਰਦੇ ਆ, ਤਪ ਕਰਿਆ ਹੰਕਾਰ ਆਉਂਦਾ ਵੀ ਮੇਰੇ ਵਰਗਾ ਤਪੀ ਕੋਈ ਨਹੀਂ। ਜਦੋਂ ਤਪ ਕਰੂ ਹੰਕਾਰ ਵੀ ਆਵੇਗਾ, ਤੇ ਹੰਕਾਰ ਆ ਜਾਂਦਾ, ਫਲ ਥੋੜ੍ਹਾ ਰਹਿ ਜਾਂਦਾ। ਦੁੱਖ ਬਹੁਤਾ ਹੁੰਦਾ, ਕਈ ਸਾਲ ਤਪ ਕਰਨਾ ਪੈਂਦਾ, ਉਹਦਾ ਫਲ ਬਿਲਕੁਲ ਥੋੜ੍ਹਾ ਮਿਲਦਾ ਹੈ। ਨਾਸ਼ਵੰਤ ਜੇ ਇਹੋ ਸਮੁਦਾਇ। ਤੇ ਇਹ ਸਾਰੇ ਨਾਸ਼ਵੰਤ ਜਿੰਨੇ ਤਪ ਹਨ, ਵਰਤ ਨੇਮ ਸੰਜਮ ਹੈ, ਇਹ ਸਾਰੇ ਇਹਨਾਂ ਦਾ ਫਲ ਵੀ ਨਾਸ਼ਵੰਤ ਹੈ। ਅਬ ਕਲਯੁਗ ਕੋ ਸਮੋ ਸੋ ਆਵਾ। ਇਹ ਬੇਣੀ ਜੀ ਜਾਣੋ ਹੁਣ ਕਲਯੁਗ ਦਾ ਸਮਾਂ ਆਇਆ ਹੈ। ਅਬ ਕਲੂ ਆਇਓ ਰੇ। ਜਿਸ ਕਾ ਰਾਜ ਤਿਸੀ ਕੋ ਨਿਆਵਾ। ਤੇ ਜਿਹਦਾ ਰਾਜ ਹੁੰਦਾ ਹੈ ਨਾ, ਤੇ ਉਹ ਕਾਨੂੰਨ ਵੀ ਉਸੇ ਦਾ ਹੀ ਚੱਲਦਾ। ਮਹਾਰਾਜ ਕਹਿੰਦੇ ਜਿਹੜਾ ਰਾਜਾ ਹੋਵੇ ਨਾ, ਕਾਨੂੰਨ ਵੀ ਉਸੇ ਦਾ ਹੀ ਚੱਲਦਾ ਹੈ। ਸਤਯੁਗ ਵਿੱਚ ਸਤਯੁਗ ਦਾ ਕਾਨੂੰਨ ਚੱਲਦਾ ਸੀ, ਉਦੋਂ ਤਪਾਂ ਦਾ, ਸੱਤ ਬੋਲਣਾ। ਤ੍ਰੇਤੇ ਦੇ ਵਿੱਚ ਤ੍ਰੇਤੇ ਦਾ ਕਾਨੂੰਨ ਚੱਲਦਾ ਰਿਹਾ। ਦੁਆਪਰ ਵਿੱਚ ਯੱਗਾਂ ਦਾ ਦੌਰ ਆਇਆ। ਦੁਆਪਰ ਪੂਜਾ ਚਾਰ, ਤ੍ਰੇਤੇ ਵਿੱਚ ਯੱਗ ਕੀਤੇ ਗਏ। ਹੁਣ ਸਤਯੁਗ ਹੈ, ਵਾਹਿਗੁਰੂ ਕਲਯੁਗ ਹੈ। ਅਬ ਕਲੂ ਆਇਓ ਰੇ। ਇੱਕ ਨਾਮ ਬੋਵਹੁ
ਅਨਰੂਤ ਨਾਹੀ ਨਾਹੀ ਮਤ ਭਰਮ ਭੂਲਾ ਭੂਲਾ ਗੁਰ ਮਿਲੇ ਹਰ ਪਾਇਆ ਜਿਸ ਮਸਤਕ ਹੈ ਲੇਖਾ ਮਨ ਰੁੱਤ ਨਾਮ ਰੇ ਗੁਣ ਕਹੇ ਨਾਨਕ ਹਰ ਹਰੇ ਹਰ ਹਰੇ। ਤੋ ਮਹਾਰਾਜ ਕਹਿੰਦੇ ਬੇਣੀ ਜੀ ਇਹ ਹੁਣ ਕਲਯੁਗ ਦਾ ਸਮਾਂ, ਰਾਜਾ ਕਲਯੁਗ ਹੈ। ਜਿਹੜਾ ਰਾਜਾ ਹੋਵੇ ਤੇ ਰੂਲ ਮਰਿਆਦਾ ਕਾਨੂੰਨ ਵੀ ਉਸੇ ਦੇ ਹੀ ਚੱਲਦੇ ਆ। ਤਪ ਆਦਿਕ ਸ਼ੁਭ ਕਰਮ ਮਹਾਨੇ। ਠੀਕ ਹੈ, ਜਪ ਤਪ ਕਰਨੇ ਜਿਹੜੇ ਆ ਨਾ, ਤਪ ਕਰਨੇ, ਜਲ ਧਾਰੇ ਕਰਨੇ, ਯੱਗ ਕਰਨੇ, ਠੀਕ ਹੈ। ਮਹਾਰਾਜ ਕਹਿੰਦੇ ਚੰਗੇ ਹੈ, ਆਪਦੀ ਥਾਂ ਵੀ ਠੀਕ ਹੈ, ਖੰਡਨ ਨਹੀਂ ਹੈ। ਗੁਰ ਸੇਵਾ ਕਹਿਵੈ ਨਾ ਸਮਾਨੇ। ਪਰ ਧੰਨ ਗੁਰੂ ਨਾਨਕ ਮਹਾਰਾਜ ਦੀ ਸੇਵਾ ਦੇ ਤੁੱਲ ਇਹ ਨਹੀਂ ਹਨ। ਚਾਹੇ ਜਪ ਤਪ ਹੈ ਔਖੇ, ਪਰ ਸੇਵਾ ਦੇ ਬਰਾਬਰੀ ਨਹੀਂ ਕਰਦੇ ਐ। ਸਤਨਾਮ ਕੋ ਸਿਮਰਨ ਸਾਰ। ਕਿਉਂਕਿ ਜਿਹੜਾ ਸਤਨਾਮ ਵਾਹਿਗੁਰੂ 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 ਸਿਮਰਨ ਹੈ, ਇਹ ਸਾਰਿਆਂ ਤੋਂ ਸਾਰ ਕਹੀਏ ਸ਼੍ਰੇਸ਼ਟ ਹੈ, ਉੱਤਮ ਹੈ। ਭੁਗਤ ਮੁਕਤ ਦੇ ਮਹਿਦ ਉਦਾਰ। ਇਹ ਭੁਗਤੀਆਂ ਮੁਕਤੀਆਂ ਦੇਣ ਵਿੱਚ ਵੱਡਾ ਹੈ, ਮਹਿਦ ਵਧੀਕ ਹੈ, ਬੜਾ ਸਖੀ ਹੈ। ਸਤਿਗੁਰਾਂ ਦੀ ਸੇਵਾ, ਵਾਹਿਗੁਰੂ ਨਾਮ ਸੇਵਾ ਕਰਦਿਆਂ ਸਰੀਰ ਸਬਲਾ, ਸੇਵਾ ਵਰਗਾ ਤਾਪ ਕੋਈ ਨਹੀਂ, ਤੇ ਵਾਹਿਗੁਰੂ ਮੰਤਰ ਵਰਗਾ ਖਾਲਸਾ ਦੀ ਜਾਪ ਕੋਈ ਨਹੀਂ। ਸੇਵਾ ਕਰੋ ਨਾਲ ਨਾਲ ਵਾਹਿਗੁਰੂ 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 ਕਰੋ, ਤੁਹਾਡਾ ਜਾਪ ਵੀ ਹੋ ਗਿਆ ਤੇ ਤਾਪ ਵੀ। ਗੁਰਪੀਰਾਂ ਕੀ ਚਾਕਰੀ ਮਹਾ ਕਰੜੀ, ਸੁਖ ਸਾਰ ਸੁਖ ਦਿੰਦੀ ਹੈ ਔਖੀ। ਤੋ ਮਹਾਰਾਜ ਕਹਿੰਦੇ ਇਸ ਪ੍ਰਕਾਰ ਇਹ ਜਪ ਤਪ ਜਿਹੜੇ ਹੈ ਉਹ ਸੇਵਾ ਸਿਮਰਨ ਦੇ ਵਰਗੇ ਨਹੀਂ। ਇਸ ਮੁਕਤੀਆਂ ਭੁਗਤੀਆਂ ਜੁਗਤੀਆਂ ਦੇਣ ਵਿੱਚ ਸੇਵਾ ਤੇ ਸਿਮਰਨ ਸਾਰਿਆਂ ਤੋਂ ਵੱਡਾ ਸਖੀ ਹੈ। ਸਿਮਰਨ ਸ਼ਰਵਣ ਭਗਤ ਵਡਿਆਈ। ਤੇ ਇਸ ਪ੍ਰਕਾਰ ਜਿਹੜਾ ਸਿਮਰਨ ਕਰਨਾ ਹੈ ਮੁਖ ਨਾਲ ਜਾਂ ਸ਼ਰਵਣ ਕੰਨਾਂ ਨਾਲ ਸੁਣਨਾ ਹੈ, ਇਹ ਭਗਤ ਵਡਿਆਈ, ਇਹ ਭਗਤਾਂ ਨੂੰ ਵਡਿਆਈ ਜਾਂ ਭਗਤੀ ਦੀ ਵਡਿਆਈ ਵੱਡੀ ਹੈ। ਭਗਤੀ ਵੱਡੀ ਹੈ, ਸਿਮਰਨ ਸੁਣਨਾ ਤੇ ਭਗਤੀ ਕਰਨੀ, ਇਹਦੀ ਵਡਿਆਈ ਕਲਯੁਗ ਅੰਦਰ। ਏਸੋ ਸਮ ਕਲ ਨਹਿ ਆਨ ਵਡਾਈ। ਭਗਤੀ ਤੇ ਸਿਮਰਨ ਨੂੰ ਸੁਣਨ ਤੇ ਗਾਉਣ ਦੇ ਵਰਗੀ ਹੋਰ ਕੋਈ ਵਸਤੂ ਨਹੀਂ, ਕੋਈ ਜਪ ਤਪ ਨਹੀਂ ਹੈ ਕਲਯੁਗ ਦੇ ਅੰਦਰ। ਇਸ ਆਦਿਕ ਜੇ ਆਚਾਰ। ਇਸ ਤੋਂ ਬਿਨਾਂ ਜਿੰਨੇ ਵੀ ਆਚਾਰ ਕਰਤੱਵ ਕੌਤਕ ਹਨ, ਇਸ ਬਿਨ ਮੁਕਤ ਨਾ ਕੋਈ ਪਾਵੈ। ਤੇ ਇਹਦੇ ਤੋਂ ਬਿਨਾਂ ਫਿਰ ਮੁਕਤ ਨਹੀਂ ਪ੍ਰਾਪਤ ਹੁੰਦੀ। ਇਹ ਕਿੱਥੋਂ ਲੱਗ ਪਿਆ, ਕਦੇ ਦੁਬਾਰਾ ਪੜ। ਇਸ ਬਿਨ ਮੁਕਤ ਨਾ ਕੋਈ ਪਾਵੈ। ਤੋ ਇਸ ਸਮ ਕਲ ਨਹਿ ਆਨ ਵਡਾਈ, ਕਲਯੁਗ ਦੇ ਸਮੇਂ ਅੰਦਰ ਵਾਹਿਗੁਰੂ ਨਾਮ ਦੇ ਸੇਵਾ ਤੋਂ ਹੋਰ ਕਿਸੇ ਦੀ ਵੱਡੀ ਵਡਿਆਈ ਨਹੀਂ, ਸਭ ਤੋਂ ਵੱਡੇ ਹੈ। ਇਸ ਬਿਨ ਮੁਕਤ ਨਾ ਕੋਈ ਪਾਵੈ, ਨਾਮ ਤੋਂ ਬਿਨਾਂ ਔਰ ਸੇਵਾ ਤੋਂ ਬਿਨਾਂ ਕੋਈ ਵੀ ਮੁਕਤੀ ਨਹੀਂ ਪ੍ਰਾਪਤ ਕਰ ਸਕਦਾ ਹੈ। ਜਾਂ ਸਿਕਤਾ ਤੇ ਤੇਲ ਨ ਆਵੈ। ਜਿਵੇਂ ਜੈਸੇ ਪ੍ਰਕਾਰ ਮਹਾਰਾਜ ਸੱਚੇ ਪਾਤਸ਼ਾਹ ਗਰੀਬ ਨਵਾਜ ਕਿਰਪਾ ਕਰਕੇ ਦੱਸਦੇ ਹੈ, ਇਹ ਸਾਰਿਆਂ ਤੋਂ ਵੱਡੇ ਹੈ ਸਿਮਰਨ ਤੇ ਇਸੇ ਪ੍ਰਕਾਰ ਸੇਵਾ। ਜਿਵੇਂ ਬੇਣੀ ਜੀ ਕਦੇ ਰੇਤੇ ਚੋਂ ਤੇਲ ਨਹੀਂ ਨਿਕਲਦਾ ਹੈ, ਤਪ ਬ੍ਰਤ ਆਦਿਕ ਜੇ ਆਚਾਰ। ਇਸੇ ਤਰ੍ਹਾਂ ਜਿਹੜੇ ਵਰਤ ਕਰਨੇ ਆ, ਹੋਰ ਜਿਹੜੇ ਕੌਤਕ ਹੈ, ਤਪ ਕਰਨੇ, ਜਲ ਧਾਰੇ ਸਾਰੇ ਆ। ਫੋਕਟ ਨਾਮ ਵਿਹੀਨ ਅਸਾਰ। ਇਹ ਨਾਮ ਤੋਂ ਬਿਨਾਂ ਸਾਰੇ ਝੂਠੇ ਹੈ, ਫੋਕਟ ਨਿਫਲ ਹਨ, ਨਾਮ ਨਹੀਂ, ਜਪ ਤਪ ਕੀਤੇ ਹੋਏ ਕਿਸੇ ਕੰਮ ਨਹੀਂ। ਸਭ ਜਿਵੇਂ ਰੇਤਾ ਹੁੰਦਾ ਨਾ, ਰੇਤੇ ਚੋਂ ਤੇਲ ਨਹੀਂ ਨਿਕਲਦਾ, ਉਵੇਂ ਜਪ ਤਪ ਦੇ ਵਿੱਚੋਂ ਕਲਯੁਗ ਵਿੱਚ ਕੋਈ ਫਲ ਨਹੀਂ ਨਿਕਲਦਾ, ਫਲ ਨਹੀਂ ਮਿਲਦਾ ਹੈ ਤਪਾਂ ਵਿੱਚੋਂ, ਜਲ ਧਾਰਿਆਂ ਵਿੱਚੋਂ। ਔਰ ਕਹਾਂ ਲਗ ਕਹਾਂ ਬਨਾਈ। ਹੋਰ ਕਿੱਥੋਂ ਤੱਕ ਕਹਿੰਦੇ ਅਸੀਂ ਦੱਸੀਏ। ਮਹਾਰਾਜ ਕਹਿੰਦੇ ਹੈ ਬੇਣੀ, ਤੈਨੂੰ ਹੋਰ ਕਿੰਨਾ ਕੁ ਨਾਮ ਦੀ ਮਹਿਮਾ, ਸਿਮਰਨ ਦੀ ਸੇਵਾ ਦੀ ਮਹਿਮਾ ਦੱਸੀਏ। ਅਪਰ ਵਿਪਰਜੈ ਹੋਏ ਸਭ ਜਾਈ। ਜਾਣੋ ਵੀ ਹੋਰ ਸਾਰੇ ਵਿਪਰਜੇ ਉਲਟੇ ਹੈ, ਨਾਮ ਜਿਹੜਾ ਉਹ ਸ਼੍ਰੇਸ਼ਟ ਹੈ, ਬਾਕੀ ਸਾਰੇ ਹੀ ਝੂਠੇ ਹਨ। ਸਿਮਰਹਿ ਨਾਮ ਹਰ ਹੈ ਹੰਕਾਰ। ਤੇ ਜਿਹੜਾ ਨਾਮ ਹੈ, ਨਾਮ ਕੋਈ ਸਿਮਰੇ ਭਾਵ ਜਪ ਤਪ ਕਰਨ ਨਾਲ ਬੁੱਧੀ ਵਿਪਰਜੇ ਹੋ ਜਾਂਦੀ। ਵਿਪਰਜੇ ਉਲਟੀ ਨੂੰ ਕਹਿੰਦੇ ਆ। ਨਿਮਰਤਾ ਆਉਣੀ ਚਾਹੀਦੀ ਹੈ ਤਪ ਕਰਕੇ, ਪਰ ਤਪ ਕਰਕੇ ਹੰਕਾਰ ਵਧੇਗਾ। ਵਰਤ ਨਿਯਮ ਸੰਯਮ ਰੱਖ ਕੇ ਬਹੁਤ ਹੰਕਾਰ ਵੱਧ ਜਾਂਦਾ ਹੈ, ਬੁੱਧੀ ਵਿਪਰਜੇ ਹੋ ਜਾਂਦੀ ਹੈ, ਜਿਸ ਕਰਕੇ ਨਰਕਾਂ ਦਾ ਭਾਗੀ ਬਣੀਦਾ। ਤੋ ਮਹਾਰਾਜ ਕਹਿੰਦੇ ਜਿਹੜੀ ਇਹ ਸੇਵਾ ਸਿਮਰਨ ਹੈ, ਇਹਦੇ ਨਾਲ ਨਿਮਰਤਾ ਆਉਂਦੀ ਹੈ, ਨਿਮਰਤਾ ਹੀ ਸੁੱਖ ਦਿੰਦੀ ਹੈ। ਤੋ ਗਰੀਬ ਨਵਾਜ ਕਹਿੰਦੇ ਆ ਕਿ ਸਿਮਰਨ ਨਾਮ ਹਰ ਹੈ ਹੰਕਾਰ। ਨਾਮ ਤੇ ਸਿਮਰਨ ਸੇਵਾ ਇਹ ਪ੍ਰਾਣੀ ਦਾ ਹੰਕਾਰ ਨਾਸ਼ ਕਰਦੇ ਆ। ਜਪ ਤਪ ਜਿਹੜੇ ਆ ਹੰਕਾਰ ਵਧਾਉਂਦੇ ਆ।
ਕਰਮਨ ਮਹਿ ਇਹੋ ਬਦਹਿ ਉਦਾਰ। ਤੇ ਇਸੇ ਪ੍ਰਕਾਰ ਇਹ ਕਰਮਨ ਮਹਿ ਜਿਹੜੇ ਸ਼੍ਰੇਸ਼ਟ ਕਰਮਾਂ ਦੇ ਵਿੱਚੋਂ ਸਾਰਿਆਂ ਤੋਂ ਉਦਾਰ ਸਖੀ ਉਹ ਸੇਵਾ ਸਿਮਰਨ ਹੈ। ਸੋ ਹੰਕਾਰ ਹੈ ਦੂਸ਼ਣ ਮੂਲ। ਤੋ ਕਾਰ ਮਨ ਮਹਿ ਅੱਡ ਪਾਠ ਕਰੋ, ਅੱਡ ਹੀ ਆ ਵੈਸੇ। ਕਾਰ ਮਨ ਮਹਿ ਉਹ ਬਧੈ ਉਧਾਰ। ਕਹਿੰਦੇ ਆ ਜੇ ਮਨ ਵਿੱਚ ਸੇਵਾ ਸਿਮਰਨ ਕਰੀਏ ਤੇ ਉਦਾਰ ਵਧੀਕ ਹੁੰਦਾ। ਕੀ ਵਧੀਕ ਹੁੰਦਾ? ਨਿਮਰਤਾ। ਤੋ ਐਸੇ ਜਾਂ ਕਰਮਨ ਮਹਿ ਇਹੋ ਬਧੈ ਉਦਾਰ। ਕਰਮਨ ਕਹੀਏ ਕਰਮਕਾਂਡ। ਕਰਮਕਾਂਡ ਜਪ ਤਪ ਕਰਨ ਦੇ ਨਾਲ ਹੰਕਾਰ ਉਦਾਰ ਕਹੀਏ ਹੋਰ ਵੱਧ ਜਾਂਦਾ ਹੈ। ਸੋ ਹੰਕਾਰ ਹੈ ਦੂਸ਼ਣ ਮੂਲ। ਜਿਹੜਾ ਹੰਕਾਰ ਹੈ ਮਾਰੇ ਕਹਿੰਦੇ ਭਾਈ ਬੇਣੀ ਜਾਣੋ ਇਹ ਸਾਰਿਆਂ ਦੂਸ਼ਣਾਂ ਆਰੋਪਾਂ ਦਾ ਗੁਨਾਹਾਂ ਦਾ ਮੂਲ ਮੁੱਢ। ਸਾਰੇ ਜਿਹੜੇ ਵਾ ਦੂਸ਼ਣ ਦੋਖ ਔਗਣ ਹੰਕਾਰ ਵਿੱਚੋਂ ਹੀ ਪੈਦਾ ਹੁੰਦੇ ਆ। ਗਤ ਕਾਂਖੀ ਧਾਰਹਿ ਨਹਿ ਭੂਲ। ਤੇ ਭੁੱਲ ਕੇ ਵੀ ਜਿਹੜੀ ਨਾ ਕਲਿਆਣ ਦੀ ਕਾਂਖੀ ਇੱਛਾ ਨਹੀਂ, ਭੁੱਲ ਕੇ ਵੀ ਧਾਰ ਹੁੰਦੀ ਹੈ। ਤੁਮ ਵਿਦਿਆ ਪੜ੍ਹ ਗਹੀ ਮਸਾਲ। ਤੇ ਮੁਕਤੀ ਦਾ ਚਾਹਵਣ ਭੁੱਲ ਕੇ ਵੀ ਕਰਮ ਕਾਂਡ ਵਿੱਚ ਨਹੀਂ ਪੈਂਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਆ। ਤੋ ਇਸ ਕਰਕੇ ਬੇਣੀ ਵੇਖ ਤੂੰ ਵਿਦਿਆ ਪੜ੍ਹੀ ਹੈ, ਬਹੁਤ ਵਿਦਿਆ ਪੜ੍ਹਿਆ ਹੋਇਆ ਹੈ। ਅਪਰਨ ਕਰਹ ਪ੍ਰਕਾਸ਼ ਵਿਸ਼ਾਲ। ਤੇ ਇਸ ਪ੍ਰਕਾਰ ਤੂੰ ਵਿਦਿਆ ਜਿਹੜੀ ਪੜ੍ਹੀ ਹੈ ਨਾ ਉਹ ਪੜ੍ਹ ਗਹੀ ਮਸਾਲ। ਐਸੀ ਮਸਾਲ ਹੈ ਤੇਰੀ ਜਿਹੜੀ ਤੂੰ ਵਿਦਿਆ ਪੜ੍ਹੀ ਹੈ, ਬਹੁਤ ਭਾਰੀ ਪੜ੍ਹਿਆ ਹੋਇਆ। ਤੇ ਅਪਰਨ ਕਰਹ ਪ੍ਰਕਾਸ਼ ਵਿਸ਼ਾਲ। ਤੂੰ ਹੋਰਾਂ ਨੂੰ ਪੜ੍ਹਾ ਨਾ, ਹੋਰਾਂ ਨੂੰ ਪੜ੍ਹਾ ਕੇ ਤੇ ਇਸੇ ਪ੍ਰਕਾਰ ਨਿਮਰਤਾ ਸਿਖਾਓ ਉਹਨਾਂ ਨੂੰ। ਵਿਦਿਆ ਪੜ੍ਹਾ ਕੇ ਆਪਦੇ ਵਰਗੇ ਭਾਵ ਮਹਾਰਾਜ ਨੂੰ ਚੋਟ ਹੀ ਮਾਰ ਰਹੇ ਆ ਨਾ ਵੀ ਇਹਨਾਂ ਸਾਰਿਆਂ ਨੂੰ ਆਪਦੇ ਵਰਗੇ ਬਣਾਉਣਾ ਕਰੋ। ਇਹਨਾਂ ਸਾਰਾ ਨਿਮਰਤਾ ਭਾਵ ਲਿਆਓ, ਹੋਰ ਵਿਦਿਆ ਪੜ੍ਹਾਈ ਜਾਵੇ। ਤੁਸੀਂ ਜਿਵੇਂ ਇੱਕ ਮਸ਼ਾਲ ਤੋਂ ਦੂਜੀ ਮਸ਼ਾਲ ਜਗ ਪੈਂਦੀ ਹੈ, ਇਸ ਤਰ੍ਹਾਂ ਹੀ ਆਪ ਅੰਧੇਰੇ ਮਹਿ ਗਿਰ ਪਰੋ। ਪਰ ਕੀ ਗੱਲ ਹੈ ਵੀ ਜੇ ਵਿਦਵਾਨ ਪੜ੍ਹਿਆ ਹੋਇਆ ਮਾਏ ਮੁੰਡਾ ਤੇ ਗੁਰੂ ਕੀ ਜਾਤੇ ਭਰਮ ਨਾ ਜਾਏ। ਆਪ ਡੁੱਬੇ ਚਾਹੋ ਬੇਦ ਮਹਿ ਚੇਲੇ ਦੀਏ ਬਹਾਏ। ਸਾਰਾ ਕੁਝ ਪੜ੍ਹਿਆ ਹੋਇਆ ਵੀ ਹੱਥ 'ਚ ਤਾਂ ਮਸ਼ਾਲ ਫੜੀ ਹੋਵੇ ਤੇ ਆਪ ਖੂਹ 'ਚ ਡਿੱਗਦਾ ਫਿਰੇ। ਆਵਰਣ ਕਹੋ ਜਗਤ ਤੁਮ ਤਰੋ। ਤੇ ਆਪ ਖੂਹ 'ਚ ਡਿੱਗਾ ਤੇ ਲੋਕਾਂ ਨੂੰ ਆਖੇ ਵੀ ਤੁਹਾਨੂੰ ਮੈਂ ਤਾਰਾਂਗਾ। ਮਹਾਰਾਜ ਕਹਿੰਦੇ ਤੇਰੀ ਉਹ ਹਾਲਤ ਹੈ ਬੇਣੀ। ਵਿਦਿਆ ਪੜ੍ਹ ਕੇ ਤਾਂ ਹੰਕਾਰ ਦੂਰ ਹੁੰਦਾ ਹੈ ਤੇ ਤੂੰ ਆਪ ਹੰਕਾਰ ਦਾ ਮਾਰਿਆ ਫਿਰਦਾ। ਤੇ ਮਨ ਸਮਝਾਵਨ ਕਾਰਨ ਕਛੁਕ ਪੜ੍ਹੀਏ ਗਿਆਨ। ਮਨ ਸਮਝਾਉਣ ਖਾਤਰ ਵਿਦਿਆ ਪੜ੍ਹਨੀ ਹੈ, ਪਰ ਤੂੰ ਤਾਂ ਵਿਦਿਆ ਪੜ੍ਹ ਕੇ ਤੇ ਮਹਾਮਦ ਝੂਲਾ ਹੰਕਾਰ ਸਹਿਤ ਹੋ ਕੇ ਤੁਰਦਾ ਵੀ ਮੈਂ ਬੜਾ ਵਿਦਵਾਨ ਹਾਂ। ਤੇਰੀ ਉਹ ਹਾਲਤ ਹੈ ਵਿਦਿਆ ਮਸ਼ਾਲ ਵਰਗੀ ਹੈ, ਚਾਨਣ ਦਿੰਦੀ ਹੈ, ਪਰ ਹੱਥ ਵਿੱਚ ਮਸ਼ਾਲ ਫੜ ਕੇ ਵੀ ਹੰਕਾਰ ਰੂਪੀ ਖੂਜ ਤੋਂ ਡਿੱਗਾ ਹੋਇਆ ਤੇ ਦੂਜਿਆਂ ਨੂੰ ਕਹਿਣਾ ਮੈਂ ਤੁਹਾਨੂੰ ਪਾਰ ਲਾਵਾਂਗਾ। ਔਰ ਹੰਕਾਰ ਤੋਹਿ ਅਬ ਐਸੇ। ਤੇਰੇ ਹਿਰਦੇ ਵਿੱਚ ਹੰਕਾਰ ਹੈ ਬੇਣੀ ਐਸੇ ਤਰ੍ਹਾਂ ਹੈ ਤੂੰ ਆਪ ਹੰਕਾਰੀ ਹੈ ਤੇ ਦੂਜਿਆਂ ਨੂੰ ਮੁਕਤੀਆਂ ਦਿਵਾਉਣ ਦੀਆਂ ਗੱਲਾਂ ਕਰਦਾ। ਜਿਵੇਂ ਹੱਥ ਵਿੱਚ ਦੀਵਾ ਫੜ ਕੇ ਕੋਈ ਖੂਹ 'ਚ ਡਿੱਗੇ ਦੂਜਿਆਂ ਨੂੰ ਆਖੇ ਮੈਂ ਤੁਹਾਨੂੰ ਪਾਰ ਲਾਵਾਂਗਾ। ਤੂੰ ਆਪ ਤਾਂ ਹੰਕਾਰ ਦਾ ਮਾਰਿਆ, ਦੂਜਿਆਂ ਨੂੰ ਮੁਕਤੀ ਕਿੱਥੇ ਦਿਵਾਵੇਂਗਾ। ਵਿਜੈ ਤ੍ਰਿਲੋਕੀ ਠਾਨੀ ਜੈਸੇ। ਮਨ ਵਿੱਚ ਹੰਕਾਰ ਸਹਿਤ ਹੋ ਕਰਕੇ ਤਿੰਨਾਂ ਲੋਕਾਂ ਵਿੱਚ ਵਿਜੇ ਕਰਨੀ ਹੈ, ਜਿੱਤ ਪ੍ਰਾਪਤ ਕਰਨੀ ਹੈ। ਤੂੰ ਮਨ ਵਿੱਚ ਇਉਂ ਧਾਰੀ ਹੋਈ ਹੈ। ਸਿਮਰਨ ਮਨ ਨਹਿ ਜੀਤਿਓ ਸ਼ਤਰ ਵਿਸਾਲਾ। ਵੀ ਤੂੰ ਕਹਿੰਦਾ ਮੈਂ ਸੰਸਾਰ ਜਿੱਤਣਾ, ਪਰ ਤੇਥੋਂ ਮਨ ਤਾਂ ਜਿੱਤਿਆ ਨਹੀਂ ਗਿਆ। ਜਿਹੜਾ ਸਾਰਿਆਂ ਤੋਂ ਵੱਡਾ ਤੇਰਾ ਦੁਸ਼ਮਣ ਬੈਠਾ ਹੈ। ਅਪਰਜੀਤ ਬੇ ਕਿਆ ਫਲ ਪਾਲਾ। ਤੇ ਹੋਰ ਫਲ ਕੀ ਮਿਲੂਗਾ ਤੈਨੂੰ? ਚਾਹੇ ਸੰਸਾਰ ਸਾਰਾ ਹੀ ਜਿੱਤ ਲੈ, ਕੀ ਫਲ ਪਾ ਲਿਆ ਤੂੰ ਸਾਰਿਆਂ ਨੂੰ ਜਿੱਤ ਕੇ? ਤੇ ਇੱਥੋਂ ਤੇਰਾ ਮਨ ਨਹੀਂ ਜਿੱਤਿਆ ਗਿਆ ਹੈ। ਸਿੱਖ ਹਜ਼ਾਰੋਂ ਤਰੇ ਹਮਾਰੇ। ਤੇ ਹਜ਼ਾਰਾਂ ਸਾਡੇ ਜਿਹੜੇ ਸਿੱਖ ਤਰੇ ਹੋਏ ਆ ਨਾਮ ਦੇ ਸਦਕਾ। ਸਤਿ ਨਾਮ ਜਪ ਨਿਰਹੰਕਾਰੇ। ਤੂੰ ਕਹਿਣਾ ਇਹ ਤਾਪ ਆਦਿਕ ਵਰਤ ਇਹ ਜਾਂ ਸ਼ਾਸਤਰਾਂ ਦਾ ਉਹ ਸਿਧਾਂਤ ਦੱਸੋ ਵੀ ਜਪ ਤਪ ਜਿਹੜੇ ਤਪ ਕਰਨੇ ਆ, ਵਰਤ ਕਰਨੇ, ਯੱਗ ਕਰਨੇ। ਮਹਾਰਾਜ ਕਹਿੰਦੇ ਸਾਡੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਹਜ਼ਾਰਾਂ ਸਿੱਖਾਂ ਦੀ ਕਲਿਆਣ ਕੀਤੀ ਹੈ। ਵਾਹਿਗੁਰੂ 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 ਨਾਮ ਜਪਾ ਜਪਾ ਕੇ ਬੜਿਆਂ ਦਾ ਹੰਕਾਰ ਵਲੀ ਕੰਧਾਰੀ ਸੱਜਣ ਠੱਗ ਵਰਗਿਆਂ ਦਾ ਹੰਕਾਰ ਸਤਿਗੁਰਾਂ ਦੂਰ ਕੀਤਾ ਸੀ। ਪੰਡਿਤ ਡੂਬੇ ਗਿਣਤੀ ਮਾਹੀ। ਤੇ ਜਿਹੜੇ ਪੰਡਿਤ ਆ ਉਹ ਸੋਚਾਂ 'ਚ ਹੀ ਡੁੱਬ ਚੱਲੇ ਆ। ਭਾਵ ਗਿਣਤੀਆਂ ਮਿਣਤੀਆਂ ਵਿੱਚ ਹੀ ਪੰਡਿਤ ਡੁੱਬੇ ਹੋਏ, ਆਪਦੀ ਵਿਦਿਆ ਵਿਚਾਰ ਕੇ ਹੰਕਾਰ ਗਿਣਤੀਆਂ ਮਿਣਤੀਆਂ ਵਿੱਚ ਹੀ ਡੁੱਬੇ ਹੋਏ ਆ। ਚਤੁਰਾਈ ਨਾ ਚਤੁਰਭੁਜ ਪਾਈਐ, ਕਹੋ ਕਬੀਰ ਭਗਤ ਕਰ ਪਾਇਆ।
ਭੋਲੇ ਪਾਏ ਮਿਲੈ ਰਘੁਰਾਇਆ। ਉਹ ਤਾਂ ਭੋਲੇ ਪਾਏ ਸੁਦੇ ਹੀ ਮਿਲ ਜਾਂਦਾ ਹੈ। ਤੇ ਤੁਹਾਡੀ ਵਿੱਦਿਆ ਕਿਹੜੇ ਕੰਮ ਹੈ? ਵਿਚਾਰਾਂ ਦੇ ਵਿੱਚ ਹੀ ਤੁਸੀਂ ਪੰਡਤੋਂ ਡੁੱਬੇ ਹੋਏ ਹੋ। ਔਰ ਹੰਕਾਰ ਧਾਰ ਬਹਿ ਜਾਹੀ। ਤੁਸੀਂ ਹੰਕਾਰ ਦੀ ਧਾਰ ਵਿੱਚ ਵਹੀ ਜਾਂਦੇ ਹੋ, ਸਾਰੇ ਰੁੜੇ ਜਾਂਦੇ ਹੋ। ਸੁਨ ਪੰਡਿਤ ਨੇ ਹਿਰਦੇ ਵਿਚਾਰਾ। ਮਹਾਰਾਜ ਦੇ ਬਚਨ ਸੁਣੇ ਵੀ ਗੱਲ ਤਾਂ ਠੀਕ ਹੈ, ਵੀ ਮਨ ਨਹੀਂ ਅਸੀਂ ਅਜੇ ਆਪਦਾ ਜਿੱਤਿਆ, ਸੰਸਾਰ ਜਿੱਤ ਕੇ ਕੀ ਕਰਨਾ ਹੈ। ਇਹ ਉਹ ਵਿਚਾਰ ਕੀਤੀ ਜਦੋਂ ਬੇਣੀ ਪੰਡਤ ਨੇ। ਵਿਦਿਆ ਮਹਿ ਹੋਵਤ ਹੰਕਾਰਾ। ਪਰ ਇਹਨੂੰ ਆਪਦੀ ਵਿਦਿਆ ਵਿੱਚ ਬੜਾ ਭਾਰੀ ਹੰਕਾਰ ਹੈ। ਨਿਰਹੰਕਾਰ ਪਰਮ ਪਦ ਪਾਵੈ। ਇਹਨੇ ਵਿਚਾਰ ਕੀਤੀ ਵੀ ਮਹਾਰਾਜ ਦਾ ਬਚਨ ਤਾਂ ਸੱਚਾ ਹੈ, ਵੀ ਜੇ ਪਰਮ ਪਦ ਕਹੀਏ ਮੁਕਤੀ ਪ੍ਰਾਪਤ ਕਰਨੀ ਤੇ ਫਿਰ ਹੰਕਾਰ ਛੱਡਣਾ ਪਵੇਗਾ। ਸਤਿ ਨਾਮ ਜਪ ਦੋਸ਼ ਨਸਾਵੈ। ਤੇ ਸਤਿਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਹ ਜਿਹੜਾ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਪੰਡਤ ਜੀ, ਇਹ ਵਿਦਿਆ ਜਿਹੜੀ ਹੈ ਨਾ ਹੰਕਾਰ ਨਾਸ਼ ਵਧਾਉਂਦੀ ਹੈ, ਨਾਮ ਹੰਕਾਰ ਨੂੰ ਨਾਸ਼ ਕਰਦਾ ਹੈ ਤੇ ਦੋਸ਼ ਔਗਣ ਸਾਰੇ ਨਸ ਜਾਂਦੇ ਆ ਨਾਮ ਜਪ ਜਪ ਕੇ। ਜਾਂ ਤੇ ਯਥਾ ਜੋਗ ਗੁਰਬਾਨੀ। ਤੇ ਬ੍ਰਾਹਮਣੇ ਬੇਣੀ ਨੇ ਸੋਚਿਆ ਵੀ ਜਿਸ ਕਰਕੇ ਮੈਂ ਵੀ ਆਪਦਾ ਹੰਕਾਰ ਨਾਸ਼ ਕਰ ਲਵਾਂ, ਜਿਹੜੀ ਗੁਰੂ ਸਤਿਗੁਰੂ ਅਮਰਦਾਸ ਮਹਾਰਾਜ ਦੀ ਬਾਣੀ ਜਥਾ ਯੋਗ ਹੈ, ਮੈਂ ਪਾਵਾਂ ਕਛ ਹੋਏ ਨਿਰਮਾਨੀ। ਵੀ ਮੈਨੂੰ ਵੀ ਮਹਾਰਾਜ ਕੋਈ ਸ਼ਬਦ ਬਾਣੀ ਬਖਸ਼ ਦੇਣ ਜਿਸ ਕਰਕੇ ਮੇਰੇ ਵਿੱਚ ਵੀ ਨਿਮਰਤਾ ਆ ਜਾਵੇ, ਮੈਂ ਵੀ ਆਪਣਾ ਹੰਕਾਰ ਛੱਡ ਦੇਵਾਂ। ਗੁਰ ਦਰਸ਼ਨ ਤੇ ਮਾਰਗ ਸੂਝਾ। ਤੇ ਗੁਰੂ ਮਹਾਰਾਜ ਦੇ ਉਪਦੇਸ਼ ਸਿੱਖਿਆ ਤੋਂ ਦਰਸ਼ਨ ਤੋਂ ਮੈਨੂੰ ਮਾਰਗ ਜਿਹੜਾ ਰਸਤਾ ਪਰਮਾਰਥ ਦਾ ਸੁਝ ਪਵੇ, ਲੱਭ ਪਵੇਗਾ। ਭਇਓ ਦੀਨ ਉਪਦੇਸ਼ ਹੈ ਬੂਝਾ। ਤੇ ਫਿਰ ਹੱਥ ਜੋੜ ਲਏ ਇਹ ਬੇਣੀ ਬ੍ਰਾਹਮਣ ਨੇ, ਮਹਾਰਾਜ ਦੇ ਚਰਨੀ ਹੱਥ ਜੋੜ ਕੇ ਬੇਨਤੀ ਕੀਤੀ ਹੈ। ਮਹਾਰਾਜ ਨੂੰ ਕਹਿੰਦਾ, ਮਹਾਰਾਜ ਮੈਨੂੰ ਵੀ ਉਪਦੇਸ਼ ਕਿਰਪਾ ਕਰਕੇ ਬਖਸ਼ੋ। ਮੈਂ ਵਿਦਿਆ ਬਹ ਪਠੀ ਵਿਚਾਰੇ। ਮਹਾਰਾਜ ਮੈਂ ਬੜੀ ਵਿਦਿਆ ਪੜ੍ਹੀ ਵਿਚਾਰੀ ਹੁਣ ਤੀਕਰ। ਤਿਆਂ ਤਿਆਂ ਮਮ ਔਰ ਬਧਿਓ ਹੰਕਾਰੇ। ਜਿਵੇਂ ਜਿਵੇਂ ਵਿਦਿਆ ਪੜ੍ਹੀ ਗਿਆ ਉਸੇ ਤਰ੍ਹਾਂ ਮਹਾਰਾਜ ਮੇਰੇ ਮਨ ਦੇ ਵਿੱਚ ਹੰਕਾਰ ਵੱਧਦਾ ਗਿਆ ਹੈ। ਪੜ੍ਹਿਆ ਮੂਰਖ ਆਖੀਆ ਜਿਤ ਲਬ ਲੋਭ ਅਹੰਕਾਰ। ਜਾਂ ਤੇ ਹਰ ਕੀ ਭਗਤ ਨ ਹੋਈ। ਤੇ ਮਹਾਰਾਜ ਇਸ ਕਰਕੇ ਮੇਰੇ ਤੋਂ ਹਰੀ ਦੀ ਭਗਤੀ ਨਹੀਂ ਹੋਈ। ਵਿਦਿਆ ਬਸ ਗਿਣਤੀਆਂ ਮਿਣਤੀਆਂ ਵਿੱਚ ਹੀ ਮੈਂ ਸਦਾ ਉਲਝਿਆ ਰਿਹਾ। ਵਿਦਿਆ ਪੜ੍ਹ ਪੜ੍ਹ ਕੇ ਮਹਾਰਾਜ ਮੈਂ ਹੰਕਾਰੀ ਹੋ ਗਿਆ, ਕਦੇ ਹਰੀ ਪਰਮੇਸ਼ਰ ਦੀ ਭਗਤੀ ਨਹੀਂ ਕੀਤੀ। ਕਰਤ ਰਹਿਓ ਖਟ ਕਰਮ ਜੇ ਸੋਈ। ਮੈਂ ਖਟ ਕਰਮ ਜਿਹੜੇ ਹੁੰਦੇ ਆ ਨਾ, ਬ੍ਰਾਹਮਣ ਦੇ ਦਾਨ ਦੇਣਾ, ਦਾਨ ਲੈਣਾ, ਯੱਗ ਕਰਨੇ, ਯੱਗ ਕਰਾਉਣੇ, ਵਿਦਿਆ ਪੜ੍ਹਨੀ, ਵਿਦਿਆ ਪੜ੍ਹਾਉਣੀ, ਇਹ ਖਟ ਕਰਮਾਂ ਵਿੱਚ ਹੀ ਉਲਝਿਆ ਰਿਹਾ ਸਾਂ। ਚਰਚਾ ਕਰ ਮਿਥਿਆ ਅਭਿਮਾਨੀ। ਤੇ ਮੈਂ ਝੂਠਾ ਹੀ ਹੰਕਾਰ ਕਰਦਾ ਰਿਹਾ। ਸਾਰਿਆਂ ਦੇ ਨਾਲ ਮੈਂ ਟਿਕੜਕੇ ਲਏ ਐ, ਸਭ ਪਾਸੇ ਮੈਂ ਚਰਚਾ ਕਰਦਾ, ਗ੍ਰੰਥ ਖੋ ਖੋ ਕੇ ਮੈਂ ਗੱਡੇ ਭਰ ਲਏ ਐ। ਸਤ ਸੰਗਤ ਪ੍ਰਭ ਗਤ ਨਹਿ ਜਾਨੀ। ਪਰ ਭੁਗਤ ਨਹਿ ਜਾਨੀ। ਮਹਾਰਾਜ ਸਤ ਸੰਗਤ ਜਿਹੜੀ ਹੈ, ਪਰ ਵਿਸ਼ੇਸ਼ ਕਰਕੇ ਭਗਤੀ ਇਹ ਨਹੀਂ ਜਾਣੀ ਮੈਂ। ਵਿਦਿਆ ਬਹੁਤ ਪੜ੍ਹ ਗਿਆ ਮੈਂ, ਪਰ ਹੰਕਾਰ ਹੀ ਵਧਾਇਆ। ਕੋਈ ਮਹਾਰਾਜ ਮੈਂ ਨਾਮ ਸਿਮਰਨ ਮਨ ਵਿੱਚ ਨਿਮਰਤਾ ਨਹੀਂ ਆਈ। ਕੋਈ ਮਹਾਰਾਜ ਸੱਚੇ ਪਾਤਸ਼ਾਹ ਜੀ ਤੁਹਾਡੇ ਸਿੱਖਾਂ ਵਾਂਗੂ ਝੂਠੇ ਬਾਟੇ ਮਾਂਜਣ ਦੀ ਮੱਤ ਨਹੀਂ ਮੈਨੂੰ ਆਈ। ਹੰਕਾਰ ਦੇ ਵਿੱਚ ਹੀ ਸਤਿਗੁਰੂ ਜੀ ਮੈਂ ਰੁਲ ਰਿਹਾ ਹਾਂ। ਤੁਮਰੇ ਬਚ ਪ੍ਰਤਾਪ ਮੈਂ ਜਾਣਿਓ। ਪਰ ਤੁਹਾਡੇ ਬਚਨਾਂ ਵਿੱਚੋਂ ਮਹਾਰਾਜ ਨਾਮ ਦਾ ਪ੍ਰਤਾਪ ਮੈਂ ਹੁਣ ਜਾਣ ਲੈਣਾ ਕੀਤਾ। ਆਪਨੋ ਹਿਰਦਾ ਦਰਵਤ ਪਹਿਚਾਨਿਓ। ਤੇ ਮੈਂ ਪਹਿਚਾਨਿਆ ਵੀ ਮੇਰਾ ਹਿਰਦਾ ਹੁਣ ਦਰਵ ਰਿਹਾ, ਰਿਸ ਰਿਹਾ ਹੈ ਦੁੱਖ ਹੰਕਾਰ ਦੇ ਦੁੱਖ ਨਾਲ। ਜਿਵੇਂ ਜ਼ਖਮ ਰਿਸਦਾ ਹੈ ਉਵੇਂ ਮਹਾਰਾਜ ਮੇਰੇ ਹੰਕਾਰ ਦੁੱਖ ਨਾਲ ਹਿਰਦਾ ਰਿਸ ਰਿਹਾ ਹੈ। ਕਰਨਾ ਕਰਹਾ ਦੇਹੁ ਉਪਦੇਸ਼। ਕਿਰਪਾ ਕਰੋ ਤੁਹਾਡੇ ਸ਼ਬਦ ਨਾਲ ਉਪਦੇਸ਼ ਮਹਾਰਾਜ ਤੁਸੀਂ ਜੋ ਪਿੱਛੇ ਸਿੱਖਿਆ ਦਿੱਤੀ ਹੈ ਉਹਦੇ ਨਾਲ ਮੇਰੇ ਮਨ ਨੂੰ ਬਹੁਤ ਸ਼ਾਂਤੀ ਮਿਲੀ ਹੈ। ਇਸ ਕਰਕੇ ਮੇਰੇ ਤੇ ਵੀ ਦਇਆ ਕਰੋ। ਸਤਿਗੁਰੂ ਮੈਨੂੰ ਸਿੱਖਿਆ ਬਖਸ਼ੋ, ਉਪਦੇਸ਼ ਬਖਸ਼ਿਸ਼ ਕਰੋ। ਕਾਟਹ ਮੇਰੇ ਮਹਾ ਕਲੇਸ਼। ਮੇਰੇ ਜਿਹੜੇ ਮਹਾਰਾਜ ਕਲੇਸ਼ ਪਏ ਹੋਏ ਹੈ, ਰਾਗ ਦਵੈਖ ਤੋ ਅਭਿਨਵੇਸ਼, ਅਸਮਤਾ, ਅਗਿਆਨਤਾ, ਇਹ ਜਿਹੜੇ ਕਲੇਸ਼ ਮੇਰੇ ਹਿਰਦੇ 'ਚ ਪਏ ਹੋਏ ਹੈ ਇਹ ਨਾਸ਼ ਕਰ ਦਿਓ ਜੀਓ। ਮਨ ਮਹਿ ਬਸ ਆਵਹਿ ਕਿਸ ਰੀਤ। ਮਹਾਰਾਜ ਮੇਰਾ ਮਨ ਨਹੀਂ ਵਸ ਆਉਂਦਾ ਕਿਸੇ ਰੀਤੀ ਮਰਿਆਦਾ ਨਾਲ। ਵਿਦਿਆ ਤਾਂ ਬੜੀ ਪੜ੍ਹ ਲਈ ਹੈ ਪਰ ਮਹਾਰਾਜ ਮੇਰਾ ਮਨ ਨਹੀਂ ਵਸ ਆਇਆ ਕਦੇ। ਕਾਮ ਕ੍ਰੋਧ ਹੰਕਾਰੀ ਨੀਤ। ਮਨ ਮਹਿ ਬਸ ਆਵਹਿ ਕਿਸ ਰੀਤ। ਕੋਈ ਕਿਰਪਾ ਕਰੋ ਮਹਾਰਾਜ ਜੀ, ਤੁਹਾਡਾ ਸ਼ਬਦ ਜਿਹੜਾ ਨਾ ਮੇਰੇ ਮਨ ਵਿੱਚ ਕਿਸੇ ਨਾ ਕਿਸੇ ਰੀਤੀ ਨਾਲ ਵਸ ਜਾਵੇ। ਕਾਮ ਕ੍ਰੋਧ
ਹੰਕਾਰ ਇਤਿਆਦਿਕ ਜਿਹੜੇ ਹਨ ਇਹਨਾਂ ਦੀ ਨੀਤੀ ਆ ਹੰਕਾਰ ਦੀ, ਕਾਮ ਕ੍ਰੋਧ ਲੋਭ ਮੋਹ ਦੀ, ਜਿਸ ਤੇ ਮੇਰੋ ਮਨ ਸੁਧ ਹੋਏ। ਜਿਸ ਮਹਾਰਾਜ ਇਹ ਨਾਸ਼ ਹੋ ਜਾਣ ਤੇ ਇਹਨਾਂ ਦੇ ਨਾਸ਼ ਹੋਣ ਕਰਕੇ ਤੁਹਾਡੀ ਉਪਦੇਸ਼ ਸਿੱਖਿਆ ਕਰਕੇ ਮੇਰੇ ਮਨ ਵਿੱਚ ਮਹਾਰਾਜ ਕੁਝ ਪਰਮੇਸ਼ਰ ਦੀ ਪ੍ਰਾਪਤੀ ਦੀ ਖਬਰ ਹੋ ਆਵੇ, ਪਰਮੇਸ਼ਰ ਦੀ ਸੁਧ ਗਿਆਨ ਮਹਾਰਾਜ ਮੈਨੂੰ ਵੀ ਹੋ ਜਾਵੇ। ਕਿਰਪਾ ਕਰਹਾ ਸਿੱਖਿਆ ਦੇਹ ਸੋਏ। ਇਸ ਕਰਕੇ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਕੋਈ ਇਹੋ ਜਿਹੀ ਸਿੱਖਿਆ ਬਖਸ਼ੋ, ਮੇਰਾ ਵੀ ਮਨ ਕਰੇ ਮੈਂ ਨਾਮ ਜਪਾਂ, ਮੇਰੇ ਵਿੱਚ ਵੀ ਨਿਮਰਤਾ ਆਵੇ, ਹੰਕਾਰ ਮਹਾਰਾਜ ਮੇਰਾ ਦੂਰ ਹੋ ਜਾਵੇ। ਬੇਨੀ ਕੀ ਬਿਨਤੀ ਸੁਨ ਸ਼ਰਾਵਨ। ਸਤਿਗੁਰਾਂ ਨੇ ਇਹ ਕੰਨਾਂ ਰਾਹੀਂ ਜਦੋਂ ਬੇਣੀ ਬ੍ਰਾਹਮਣ ਦੀ ਬੇਨਤੀ ਸੁਣੀ ਹੈ, ਬੋਲੇ ਸਤਿਗੁਰ ਕਰਨਾ ਪਾਨ। ਕਿਰਪਾ ਦੇ ਖਜ਼ਾਨੇ ਸਤਿਗੁਰੂ ਜੀ ਇਹ ਬੇਣੀ ਬ੍ਰਾਹਮਣ ਨੂੰ ਆਖਦੇ ਆ, ਜਿਸ ਤੇ ਮਨ ਵਿਕਾਰ ਕਰ ਨਾਸ਼। ਇਹ ਮਹਾਰਾਜ ਜੀਆਂ ਸ਼ਬਦ ਉਚਾਰਿਆ ਜਿਸ ਤੋਂ ਮਨ ਦੇ ਸਾਰੇ ਵਿਸ਼ੇ ਵਿਕਾਰ ਨਾਸ਼ ਹੋ ਜਾਂਦੇ ਜਾਣਗੇ। ਭਇਓ ਵਿਸ਼ਾਲ ਸੋ ਹਿਰਦੇ ਪ੍ਰਕਾਸ਼। ਤੇ ਬੇਣੀ ਬ੍ਰਾਹਮਣ ਦੇ ਹਿਰਦੇ ਵਿੱਚ ਭਾਰੀ ਪ੍ਰਕਾਸ਼ ਹੋ ਆਵੇ। ਇਹਦਾ ਭਲਾ ਕਰਨ ਵਾਸਤੇ ਸਤਿਗੁਰਾਂ ਸ਼ੁਭ ਸਿੱਖਿਆ ਮਲਾਰ ਰਾਗ ਦੇ ਅੰਦਰ ਗਰੀਬ ਨਵਾਜ ਜੀਆਂ ਪਾਵਨ ਪਵਿੱਤਰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਵਿਚਾਰਾਂਗੇ। ਇਹ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਮਿਹਰਾਮਤ ਕੀਤੀ ਹੈ। ਇਹ ਬੇਣੀ ਬ੍ਰਾਹਮਣ ਦਾ ਹੰਕਾਰ ਸਤਿਗੁਰਾਂ ਦੂਰ ਕੀਤਾ। ਤੋ ਹੰਕਾਰ ਦੂਰ ਕੌਣ ਕਰਦਾ? ਉਹ ਨਾਮ ਕਰਦਾ। ਹਉਮੈ ਨਾਵੈ ਵਿਰੋਧ ਹੈ, ਦੋਏ ਨਾ ਵਸੈ ਇਕ ਠਾਏ। ਜਿੱਥੇ ਨਾਮ ਉੱਥੇ ਹੰਕਾਰ ਰਹਿੰਦਾ ਨਹੀਂ। ਜਿੱਥੇ ਨਾਮ ਵਸਿਆ ਹੋਇਆ ਜੇ ਉੱਥੇ ਹੰਕਾਰ ਆ ਗਿਆ ਖਾਲਸਾ ਜੀ, ਫਿਰ ਉੱਥੇ ਨਾਮ ਨਹੀਂ ਰਹਿੰਦਾ। ਜਿੱਥੇ ਨਾਮ ਉੱਥੇ ਹੰਕਾਰ ਨਹੀਂ, ਜਿੱਥੇ ਹੰਕਾਰ ਉੱਥੇ ਨਾਮ ਨਹੀਂ। ਇਹ ਇੱਕ ਥਾਂ ਦੋਵੇਂ ਨਹੀਂ ਰਹਿ ਸਕਦੇ। ਨਾਮ ਨਿਮਰਤਾ ਗਰੀਬੀ ਸਿਖਾਉਂਦਾ ਹੈ, ਤੇ ਜੇ ਗਰੀਬੀ ਨਹੀਂ ਆਈ ਨਾਮ ਜਪ ਕੇ ਹੰਕਾਰ ਹੈ ਤੇ ਫਿਰ ਜਾਣੋ ਵੀ ਨਾਮ ਦਾ ਫਲ ਨਹੀਂ ਅਜੇ ਪ੍ਰਾਪਤ ਹੋਇਆ। ਜੇ ਗਰੀਬੀ ਆ ਗਈ ਹੈ, ਨਿਮਰਤਾ ਆ ਗਈ ਹੈ, ਫਿਰ ਜਾਣੋ ਸਤ ਸੰਗ ਜੀ ਨਾਮ ਦਾ ਪੂਰਾ ਪੂਰਾ ਮਹਾਰਾਜ ਸੱਚੇ ਪਾਤਸ਼ਾਹ ਦੀ ਰਾਸ ਆਨੰਦ ਸਾਨੂੰ ਬਖਸ਼ ਰਹੇ ਹੈ। ਗੁਰੂ ਗਰੀਬ ਨਵਾਜ ਦੀ ਸ਼ੁਭ ਸਿੱਖਿਆ ਆਪ ਸਭ ਦੇ ਹਿਰਦੇ ਵਸੇ। ਬੁੱਧੀ ਬਹੁਤ ਥੋੜ੍ਹੀ ਹੈ, ਹੋਈਆਂ ਭੁੱਲਾਂ ਦੀ ਖਿਮਾ। ਧੰਨ ਗੁਰੂ ਅਮਰਦਾਸ ਗੁਰੂ ਕੀ ਸੰਗਤ ਬਖਸ਼ਣ ਯੋਗ ਬਖਸ਼ ਲੈਣ। ਅੱਗੇ ਜਿਵੇਂ ਮਹਾਰਾਜ ਜੀ ਨੂੰ ਸ਼ਬਦ ਦੀ ਬਖਸ਼ਿਸ਼ ਕਰਦੇ ਦਾ ਕਲਿਆਣ ਕਰਦੇ ਆ ਸੱਚੇ ਪਾਤਸ਼ਾਹ ਜੀ, ਬਾਅਦ ਵਿੱਚ ਇਹਨੂੰ ਮੰਜੀ ਬਖਸ਼ਿਸ਼ ਕਰਦੇ ਆ। ਬਾਈਆਂ ਵਿੱਚੋਂ ਇੱਕ ਇਹ ਬੇਣੀ ਬ੍ਰਾਹਮਣ ਨੂੰ ਵੀ ਮਹਾਰਾਜ ਨੇ ਪ੍ਰਚਾਰਕ ਥਾਪਿਆ, ਉਹ ਆਪਾਂ ਕੱਲ੍ਹ ਸੋਣਾ ਪੜਾਂਗੇ। ਗਰੀਬ ਨਵਾਜ ਸੱਚੇ ਪਾਤਸ਼ਾਹ ਦਰ ਹਾਜ਼ਰੀ ਪ੍ਰਵਾਨ ਕਰਨ। ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਬੇਨੀ ਕੀ ਬਿਨਤੀ ਸੁਨ ਸ਼ਰਾਨ। ਬੋਲੇ ਸਤਿਗੁਰ ਕਰਨਾ ਪਾਨ। ਜਿਸ ਤੇ ਮਨ ਵਿਕਾਰ ਕਰ ਨਾਸ਼। ਭਇਓ ਵਿਸ਼ਾਲ ਸੋ ਹਿਰਦੇ ਪ੍ਰਕਾਸ਼। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ। ਹੇ ਪੂਰਨ ਹੇ ਸਰਬ ਮੈਂ ਦੁਖ ਭੰਜਨ ਗੁਣ ਤਾਸ। ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ। ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੈ ਸਦਾ ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ। ਹੇ ਸੰਤਹਿ ਕੈ ਸਦਾ ਸੰਗ ਨਿਧਾਰਾ ਆਧਾਰ। ਹੇ ਠਾਕੁਰ ਹਉ ਦਾਸ रो ਮੈਂ ਨਿਰਗੁਣ ਗੁਣ ਨਹੀਂ ਕੋਇ। ਨਾਨਕ ਦੀਜੈ ਨਾਮ ਦਾਨ ਰਾਖਾਹੀਐ ਪਰੋਇ। ਆਏ ਪ੍ਰਭ ਸਰਨਾਗਤੀ ਕਿਰਪਾ ਨਿਧ ਦਇਆਲ। ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ। ਕਥਾ ਨਿਤਾ ਪ੍ਰਤ ਹੋਤ ਹੈ ਸੁਣੋ ਸੋ ਸਿੰਘ ਸੁਜਾਨ। ਨਾਨਕ ਗੁਰੂ ਗੋਬਿੰਦ ਸਿੰਘ ਜੀ ਸਦਾ ਕਰਹਿ ਕਲਿਆਣ। ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ। ਜੋ ਸ਼ਰਧਾ ਕਰ ਸੇਵੰਦੇ ਵਾਹਿਗੁਰੂ ਪਾਰ ਉਤਾਰਨ ਹਾਰ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।